ਸਾਡੇ ਗੁਰੂਆਂ ਦੀ ਮਿੱਠੀ ਪਾਵਨ ਬਾਣੀ ਦੇ ਨਾਲ ਸਜੇ ਇਸ ਨਿਵੇਕਲੇ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ ਦੇ ਵਿੱਚ ਮੈਂ ਨਿਮੀ ਸਿੰਘ ਆਪ ਸਭ ਜੀ ਦਾ ਨਿੱਘਾ ਸਵਾਗਤ ਕਰਦੀ ਹਾਂ ਔਰ ਮਿਲ ਕੇ ਫਤਿਹ ਪ੍ਰਵਾਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪ੍ਰੋਗਰਾਮ ਨੂੰ ਤੁਸੀਂ ਢੇਰ ਸਾਰਾ ਪਿਆਰ ਦਿੱਤਾ, ਤੁਹਾਡਾ ਪਿਆਰ ਹੈ ਸਾਨੂੰ ਮਿਲਦਾ ਪਿਆ। ਤੁਹਾਡੇ ਪਿਆਰ ਦੇ ਸਦਕੇ ਅੱਜ ਅਸੀਂ ਆ ਗਏ ਹਾਂ ਸੈਮੀਫਾਈਨਲਸ ਵਿੱਚ। ਜੀ ਹਾਂ, ਅੱਜ ਤੋਂ ਸ਼ੁਰੂਆਤ ਹੋਏਗੀ ਸਾਡੇ ਸੈਮੀਫਾਈਨਲ ਰਾਊਂਡਸ ਦੀਆਂ। ਸੈਮੀਫਾਈਨਲ ਦੇ ਵਿੱਚ ਇੱਥੇ ਆ ਕੇ ਪਰਫਾਰਮ ਕਰਨਗੇ ਸਾਡੇ ਸਿੰਘ ਵੀਰ ਅਤੇ ਨਾਲੇ ਸਾਡੀ ਭੈਣਾਂ। ਜੀ ਹਾਂ, ਸਾਡੀਆਂ ਇਹ ਬੀਬੀਆਂ ਅੱਜ ਇੱਥੇ ਆ ਕੇ ਪਰਫਾਰਮ ਕਰਨਗੀਆਂ। ਇਸ ਤੋਂ ਪਹਿਲਾਂ ਕਿ ਅਸੀਂ ਸੈਮੀਫਾਈਨਲ ਸ਼ੁਰੂ ਕਰੀਏ, ਮੈਂ ਆਪਣੇ ਸੈਮੀਫਾਈਨਲ ਐਪੀਸੋਡ ਤੁਹਾਡੇ ਨਾਲ ਬਰੀਫ ਕਰਨਾ ਚਾਹਾਂਗੀ। ਅੱਜ ਇੱਥੇ ਮੁਕਾਬਲਾ ਹੋਏਗਾ ਸਾਡੀਆਂ 9 ਭੈਣਾਂ ਵਿਚਕਾਰ। ਜੀ ਹਾਂ, 9 ਬੀਬੀਆਂ ਇੱਥੇ ਆ ਕੇ ਪਰਫਾਰਮ ਕਰਨਗੀਆਂ। ਹਰ ਐਪੀਸੋਡ ਦੇ ਵਿੱਚੋਂ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਕੰਟੈਸਟੈਂਟ ਬਾਹਰ ਹੁੰਦਾ ਜਾਏਗਾ। ਇਹਨਾਂ ਦੀ ਪਰਫਾਰਮੈਂਸ ਦੇ ਬੇਸਿਸ 'ਤੇ ਸਾਡੇ ਮਾਨਯੋਗ ਜੱਜਿਸ ਇਹ ਫੈਸਲਾ ਕਰਨਗੇ ਕਿ ਸਾਡੀ ਕਿਹੜੀ ਭੈਣ ਜਾਂ ਸਾਡਾ ਕਿਹੜਾ ਸਿੰਘ ਵੀਰ ਮੁਕਾਬਲੇ ਵਿੱਚੋਂ ਬਾਹਰ ਹੁੰਦਾ ਜਾਏਗਾ। ਸਾਡੇ ਮਾਨਯੋਗ ਜੱਜਿਸ ਦੇ ਨਾਲ ਤੁਹਾਡਾ ਤਾਰੁਕ ਕਰਾਉਣਾ ਵੀ ਜ਼ਰੂਰੀ ਹੈ, ਅਤੇ ਆਓ ਫਿਰ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਸਭ ਤੋਂ ਪਹਿਲਾਂ ਬੈਠੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ, ਉਹਨਾਂ ਦੇ ਨਾਲ ਬੈਠੇ ਨੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਇੰਨਾ ਵੱਡਾ ਮੌਕਾ ਕਿਸੇ ਕੀਰਤਨੀ ਦੀ ਜ਼ਿੰਦਗੀ ਦਾ ਇੱਕ ख्वाब ਹੁੰਦਾ ਹੈ। ਜੀ ਹਾਂ, ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਬੈਠ ਕੇ ਕੀਰਤਨ ਕਰਨਾ, ਸਾਰੀ ਸੰਗਤਾਂ ਨੂੰ ਨਿਹਾਲ ਕਰਨਾ ਇੱਕ ਸੁਪਨਾ ਹੁੰਦਾ ਹੈ ਕਿਸੇ ਵੀ ਕੀਰਤਨੀਏ ਦਾ। ਅਤੇ ਸਾਡੇ ਨਾਲ ਨੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ, ਅਤੇ ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ KS ਨਰੂਲਾ ਜੀ। ਮੈਂ ਉਹਨਾਂ ਦਾ ਵੀ ਸਵਾਗਤ ਕਰਦੀ ਹਾਂ। ਇਸ ਤੋਂ ਪਹਿਲਾਂ ਮੈਂ ਪ੍ਰੋਗਰਾਮ ਸ਼ੁਰੂ ਕਰਾਂ ਇਹਨਾਂ ਦੇ ਬਾਰੇ ਦੱਸਣਾ ਚਾਹਾਂਗੀ। ਜਿਸ ਤਰ੍ਹਾਂ ਕਿ ਸਭ ਜਾਣਦੇ ਨੇ KS ਨਰੂਲਾ ਜੀ ਦੇ ਬਾਰੇ, ਲੇਕਿਨ ਇੱਕ ਵਾਰ ਫਿਰ ਮੈਂ ਯਾਦ ਕਰਾਉਣਾ ਚਾਹਾਂਗੀ। ਉਸ ਸਮੇਂ ਤੋਂ ਗੁਰਮਤਿ ਸੰਗੀਤ ਦੇ ਨਾਲ ਜੁੜੇ ਨੇ ਜਦ ਗੁਰਮਤਿ ਸੰਗੀਤ ਰਿਕਾਰਡ ਹੋਣਾ ਸ਼ੁਰੂ ਹੋਇਆ। जी हाँ, जब कैसेट या सीरीज़ या रिकॉर्ड होने शुरू हुए उस समय तो, यानी कि शुरुआती दौर तो ही या शुरुआत ही इन्ना तो हुई, असी ये भी कह सकते हैं। बहुत बहुत स्वागत है और असी बड़े भागा वाले हैं, इन्नी महान हस्तियां साडे नाल ने जुड़ियां ने इस प्रोग्राम दे विच। शुरुआत करते पे हैं जी अज तो असी सैमीफाइनल राउंड्स दी। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਤੇ ਇਹਨਾਂ ਦੇ ਨਾਲ ਨਾਲ ਮੈਂ ਸਵਾਗਤ ਕਰਦੀ ਹਾਂ ਸਾਡੇ ਸਾਰੇ ਸਾਜ਼ਿੰਦਿਆਂ ਦਾ ਜੋ ਇੱਥੇ ਬੈਠੇ ਨੇ, ਇੱਥੇ ਆ ਕੇ ਸਾਡੇ ਸਾਰੇ ਕੰਟੈਸਟੈਂਟਸ ਦਾ ਸਾਥ ਦੇਣਗੇ, ਸਾਡਾ ਸਾਥ ਦੇਣਗੇ। ਅਤੇ ਹੁਣ ਤੋਂ ਸ਼ੁਰੂ ਕਰਦੇ ਹਾਂ ਸੈਮੀਫਾਈਨਲ ਐਪੀਸੋਡਸ। ਜੀ ਹਾਂ, ਸੈਮੀਫਾਈਨਲ ਐਪੀਸੋਡ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਸਾਡੇ ਐਪੀਸੋਡਸ ਕਿਸ ਤਰ੍ਹਾਂ ਅੱਗੇ ਤੁਰਨਗੇ। ਇੱਥੇ ਆ ਕੇ ਅੱਜ ਪਰਫਾਰਮ ਕਰਨਗੀਆਂ ਸਾਡੀਆਂ 9 ਭੈਣਾਂ, 9 ਬੀਬੀਆਂ ਇੱਥੇ ਆ ਕੇ ਪਰਫਾਰਮ ਕਰਨਗੀਆਂ। ਇਹਨਾਂ ਨੂੰ ਗਾਣ ਦਾ ਸਿਰਫ ਇੱਕ ਮੌਕਾ ਦਿੱਤਾ ਜਾਏਗਾ, ਯਾਨੀ ਕਿ ਇੱਥੇ ਆ ਕੇ ਸਿਰਫ ਇੱਕ ਸ਼ਬਦ ਦਾ ਗਾਇਨ ਕਰਨਗੀਆਂ। ਅਤੇ ਇਹਨਾਂ ਕੰਟੈਸਟੈਂਟਸ ਦੇ ਵਿੱਚੋਂ ਇੱਕ ਕੰਟੈਸਟੈਂਟ ਹਰ ਐਪੀਸੋਡ ਦੇ ਵਿੱਚ ਬਾਹਰ ਹੁੰਦਾ ਜਾਏਗਾ। ਅਤੇ ਆਖਿਰ ਵਿੱਚ ਸਾਡੇ ਕੋਲ ਬਚਣਗੇ ਸਾਡੇ ਫਾਈਨਲਿਸਟ। ਅਤੇ ਅੱਜ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਕਿ ਮੁਕਾਬਲਾ ਹੈਗਾ ਸਾਡੀ ਬੀਬੀਆਂ ਦੇ ਵਿਚਕਾਰ, ਅਤੇ ਆਓ ਫਿਰ ਇਸ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ। ਸਾਡੀ 9 ਭੈਣਾਂ ਤਿਆਰ ਨੇ ਅੱਜ, ਅਤੇ ਸਭ ਤੋਂ ਪਹਿਲਾਂ ਮੈਂ ਸੱਦਾ ਦੇਣਾ ਚਾਹਾਂਗੀ ਹਰਬੀਰ ਕੌਰ ਜੀ ਨੂੰ, ਜੋ ਇੱਥੇ ਆਏ ਨੇ ਲੁਧਿਆਣੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੰਟੈਸਟੈਂਟਸ ਨੂੰ ਚੰਗੀ ਤਰ੍ਹਾਂ ਪਤਾ ਚੱਲ ਗਿਆ ਕਿ ਇੱਥੇ ਆ ਕੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਹੈ, ਜਿੰਨੀ ਵਾਰੀ ਵੀ ਇੱਥੇ ਆਉਣਾ ਹੈ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੱਥੇ। ਅਤੇ ਆਓ ਫਿਰ ਪੁੱਛਦੇ ਹਾਂ। ਇਸ ਤੋਂ ਪਹਿਲਾਂ ਅਸੀਂ ਸ਼ੁਰੂ ਕਰੀਏ, ਮੈਂ ਕਿਉਂਕਿ ਇੱਕ ਮੌਕਾ ਹੈ ਇਹਨਾਂ ਦੇ ਕੋਲ, ਸਿਰਫ ਇੱਕੋ ਮੌਕਾ ਮਿਲਣਾ ਹੈ ਸਾਡੇ ਕੰਟੈਸਟੈਂਟਸ ਨੂੰ। ਤਾਂ ਜੱਜਿਸ ਕੋਲੋਂ ਪੁੱਛਦੇ ਹਾਂ ਕਿ ਇਹਨਾਂ ਰਾਊਂਡਸ ਦੇ ਵਿੱਚ, ਯਾਨੀ ਕਿ ਸੈਮੀਫਾਈਨਲ ਐਪੀਸੋਡਸ ਦੇ ਵਿੱਚ ਤੁਸੀਂ ਕਿੰਨਾ ਬੇਸਿਸ 'ਤੇ ਇਹਨਾਂ ਦੀ ਪਰਖ ਕਰੋਗੇ? ਨਿਮੀ ਜੀ, ਬੇਸ਼ੱਕ ਇਹਨਾਂ ਨੇ ਸ਼ਬਦ ਇੱਕ ਹੀ ਗਾਇਨ ਕਰਨਾ ਹੈ, ਪਰ ਖਿਆਲ ਇਹਨਾਂ ਨੂੰ ਜ਼ਿਆਦਾ ਰੱਖਣਾ ਪੈਣਾ ਹੈ। ਅਸੀਂ ਇੱਕ ਸ਼ਬਦ ਵਿੱਚੋਂ ਹੀ ਬਹੁਤ ਕੁਝ ਦੇਖਣਾ ਹੈ। ਪਹਿਲਾਂ ਤਾਂ ਬਾਣੀ ਦੀ ਸ਼ੁੱਧਤਾ ਦੇਖੀ ਜਾਏਗੀ, ਬਾਣੀ ਦਾ ਸ਼ੁੱਧ ਉਚਾਰਨ, ਫਿਰ ਸੁਰ ਤਾਲ 'ਤੇ ਦੇਖਿਆ ਹੀ ਜਾਣਾ ਹੈ। ਦੂਸਰੀ, ਜਿਹੜਾ ਅੱਜ ਕੀਰਤਨ ਹੋਣਾ ਹੈ ਉਹ ਸ਼ਬਦ ਪ੍ਰਧਾਨ ਹੋਣਾ ਚਾਹੀਦਾ ਹੈ। ਸ਼ਬਦ ਪ੍ਰਧਾਨ ਤੋਂ ਭਾਵ ਹੈ ਕਿ ਸ਼ਬਦ ਉੱਪਰ ਰਾਗ ਜਿਹੜਾ ਏ ਉਹ ਭਾਰੂ ਨਹੀਂ ਹੋਣਾ ਚਾਹੀਦਾ, ਕਿਉਂਕਿ ਰਾਗ ਇੱਕ ਬਰਤਨ ਹੈ ਅਤੇ ਸ਼ਬਦ ਪਦਾਰਥ ਹੈ, ਅਤੇ ਪਦਾਰਥ ਨਾਲ ਪੇਟ ਭਰਦਾ ਹੈ। ਸ਼ਬਦ ਪ੍ਰਧਾਨ ਕੀਰਤਨ ਹੋਣਾ ਚਾਹੀਦਾ ਹੈ। ਦੂਸਰਾ, ਅੱਜ ਅਸੀਂ ਇੱਕ ਸਵਾਲ ਵੀ ਇਹਨਾਂ ਨੂੰ ਕਰਨਾ ਹੈ। ਕਿਸ ਤਰ੍ਹਾਂ ਦਾ? ਉਹ ਸਵਾਲ ਹੈ, ਵਿਸ਼ਾ ਇਹ ਹੈ, ਗੁਰਮਤਿ ਵਿੱਚ ਕੀਰਤਨ ਤੇ ਕੀਰਤਨੀਏ ਦੀ ਕੀ ਮਹਾਨਤਾ ਹੈ ਜੀ। ਇਸ ਵਿਸ਼ੇ ਅਧੀਨ ਅਤੇ ਹੋਰ ਵੀ ਗੁਰਮਤਿ ਦੇ ਸਵਾਲ ਅਸੀਂ ਆਪਣੀਆਂ ਭੈਣਾਂ ਤੇ ਵੀਰਾਂ ਕੋਲੋਂ ਪੁੱਛਾਂਗੇ। ਲੇਕਿਨ ਅਸੀਂ ਮੁੱਖ ਇਹ ਵਿਸ਼ੇ ਰੱਖਾਂਗੇ ਕਿ ਗੁਰਮਤਿ ਸੰਗੀਤ ਦੇ ਵਿੱਚ ਕੀਰਤਨ ਤੇ ਕੀਰਤਨੀਏ ਦਾ ਕੀ ਮਹੱਤਵ ਹੈ। ਹਾਂ, ਇਹ ਅਸੀਂ ਅੱਜ ਇਹਨਾਂ ਕੋਲ ਜ਼ਰੂਰ ਪੁੱਛਾਂਗੇ। ਇਹਨਾਂ ਗੱਲਾਂ ਦਾ ਇਹਨਾਂ ਨੂੰ ਅੱਜ ਬਹੁਤ ਖਿਆਲ ਰੱਖਣਾ ਤੇ ਆਉਣ ਵਾਲੇ ਕੰਟੈਸਟੈਂਟਸ ਨੂੰ ਵੀ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ। ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਦੀ ਸਾਰੀ ਤਿਆਰੀ ਕਰਕੇ ਆਏ ਹੋਵੋਗੇ। ਹਾਂਜੀ, ਆਪਣੇ ਵੱਲ ਤਾਂ ਪੂਰੀ ਤਿਆਰੀ ਨਾਲ ਆਏ ਸੀ। ਆਲ ਦ ਬੈਸਟ ਟੂ ਯੂ ਜੀ। ਤੁਸੀਂ ਆਪਣਾ ਸਥਾਨ ਗ੍ਰਹਿਣ ਕਰੋ। ਕਿਹੜਾ ਸ਼ਬਦ ਸੁਣਾਓਗੇ? ਪਹਿਲੇ ਜਾਂਦੇ ਜਾਂਦੇ ਸਾਨੂੰ ਦੱਸ ਜਾਓ। ਮੈਂ ਇੱਕ ਸ਼ਬਦ ਰੀਤ ਗਾਇਨ ਕਰਨ ਜਾ ਰਹੀ ਹਾਂ।
हिक भोरी ना विछोड़ जे तू मित्र साडड़ा। क्या बात है, बहुत खूब। ऑल द बेस्ट टू यू जी। धन्यवाद जी। पोरी ना विछोड़ जे तू मित्र असाडड़ा। हिक पोरी ना विछोड़ जे तू मित्र असाडड़ा। ਹਰਵੀਰ ਕੌਰ ਜੀ, ਬਹੁਤ ਆਨੰਦ ਬਣਾਇਆ, ਬਹੁਤ ਰਸ ਹੈ ਤੁਹਾਡੀ ਰਚਨਾ ਵਿੱਚ, ਸਤਿਗੁਰਾਂ ਦੀ ਕਿਰਪਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਜਿਵੇਂ ਇੱਕ ਸਵਾਲ ਵੀ ਹੈ, ਬਾਬਾ ਨਾਨਕ ਜੀ ਨੇ ਸਾਰੀ ਜ਼ਿੰਦਗੀ ਇਲਾਹੀ ਧੁਨਾਂ ਕੀਰਤਨ ਦੀਆਂ ਲਾਈਆਂ। ਮਰਦਾਨਾ ਜੀ ਰਵਾਬ ਵਜਾਉਂਦੇ ਸਨ, ਉਹ ਜਿਹੜੀ ਰਵਾਬ ਸੀ ਬਾਬੇ ਨਾਨਕ ਦੇ ਅੱਗੇ ਵੱਜਦੀ ਸੀ, ਕਿਸੇ ਨੇ ਤੋਹਫੇ ਵਜੋਂ ਦਿੱਤੀ ਸੀ। ਤੁਸੀਂ ਦੱਸ ਸਕਦੇ ਹੋ ਵੀ ਉਹ ਰਵਾਬ ਕਿਹਨਾਂ ਨੇ ਦਿੱਤੀ ਸੀ? ਹਾਂਜੀ, ਜਿਹੜੀ ਰਬਾਬ ਸੀ, ਜਿਹੜੇ ਭਾਈ ਮਰਦਾਨਾ ਜੀ ਵਜਾਉਂਦੇ ਸੀਗੇ, ਉਹ ਰਬਾਬ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਨੇ ਉਹਨਾਂ ਨੂੰ ਤੋਹਫੇ ਵਜੋਂ ਦਿੱਤੀ ਸੀ। ਬਹੁਤ ਅੱਛਾ, ਠੀਕ ਗੱਲ ਹੈ। ਤੁਹਾਡਾ ਸਵਾਲ ਵੀ ਠੀਕ ਹੈ। ਰਾਗ ਤਾਲ ਵਿੱਚ ਤੁਸੀਂ ਕਿੰਨੇ ਪੂਰੇ ਉਤਰੇ ਹੋ? ਗੁਰੂ ਘਰ ਦੇ ਪ੍ਰਸਿੱਧ ਕੀਰਤਨੀ ਭਾਈ ਨਿਰਮਲ ਸਿੰਘ ਜੀ ਇਹਦੇ ਬਾਰੇ ਦੱਸਣਗੇ। ਭਾਈ ਸਾਹਿਬ ਜੀ। ਜਿੱਥੋਂ ਤੱਕ ਰਾਗ ਦੀ ਸ਼ੁੱਧਤਾ ਦਾ ਸਵਾਲ ਹੈ, ਉਹ ਤੇ ਰਾਗ ਗਾਈਏ ਤੇ ਫਿਰ ਹੀ ਦੱਸਿਆ ਜਾ ਸਕਦਾ ਹੈ, ਪਰ ਤੁਸੀਂ ਸਵਰ ਵਿੱਚ ਗਾਵਿਆ, ਅੰਤਰੇ ਵਿੱਚ ਸਵਰ ਕੁਝ ਘਟਦਾ ਸੀ। ਹਾਂਜੀ, ਸ਼ੁੱਧਤਾ ਠੀਕ ਹੈ ਤੁਹਾਡੀ, ਔਰ ਕਾਫੀ ਤੁਸੀਂ ਮਿਹਨਤ ਵੀ ਕੀਤੀ ਹੈ। ਕੀਰਤਨ ਦੀ ਜਿਹੜੀ ਤੁਹਾਡੀ ਸ਼ੈਲੀ ਜਾਂ ਢੰਗ ਸੀ, ਪੇਸ਼ਕਾਰੀ ਹੈ, ਉਹ ਭਗਤੀ ਰਸ ਨੂੰ ਜ਼ਾਹਰ ਕਰਦੀ ਹੈ। ਕੁੱਲ ਮਿਲਾ ਕੇ ਕਾਫੀ ਅੱਛਾ ਹੈ। KS ਨਰੂਲਾ ਜੀ ਸਾਡੇ 'ਚ ਬੈਠੇ ਨੇ, ਪ੍ਰਸਿੱਧ ਸੰਗੀਤਕਾਰ ਨੇ। ਨਰੂਲਾ ਜੀ, ਤੁਸੀਂ ਕੀ ਆਖੋਗੇ? मैं सब तो पहले ये कहूँगा कि तबले दोनों आपस में सुर ठीक नहीं मिले हुई जी। बाकी उंज गायकी थोड़ी ठीक है, इस करके वो तुसी जो गाया बहुत अच्छा गाया। ਹਰਵੀਰ ਕੌਰ ਜੀ, ਤੁਸੀਂ ਬਹੁਤ ਅੱਛਾ ਗਾਇਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
बहुत खूबसूरत शुरुआत हो गई है सारे ਸੈਮੀਫਾਈਨਲ ਐਪੀਸੋਡਸ ਦੀ। ਪੰਜਵੀਂ ਪਾਤਸ਼ਾਹੀ ਦਾ ਉਚਾਰਿਆ ਹੋਇਆ ਹੈ ਸ਼ਬਦ। ਜੀ ਹਾਂ, ਇਸ ਤੋਂ ਬਾਅਦ ਹੁਣ ਆਓ ਇਸ ਸਿਲਸਿਲੇ ਨੂੰ ਅੱਗੇ ਤੋਰਦੇ ਹਾਂ। ਮੁਕਾਬਲਾ ਬੜਾ ਸਖਤ ਹੈ ਤੇ ਇਸ ਮੁਕਾਬਲੇ ਨੂੰ ਹੋਰ ਵੀ ਸਖਤ ਕਰਨ ਲਈ ਆ ਰਹੀ ਹੈ ਸਾਡੀ ਅੱਜ ਦੀ ਦੂਸਰੀ ਕੰਟੈਸਟੈਂਟ, ਸਾਡੀ ਭੈਣ ਪ੍ਰਭਜੋਤ ਕੌਰ, ਜੋ ਇੱਥੇ ਆਏ ਨੇ ਪਿਲਾਈ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਛੱਤੀਸਗੜ੍ਹ ਤੋਂ ਆਏ ਹੋ, ਬੜੀ ਦੂਰੋਂ ਆਏ ਹੋ, ਤੁਹਾਡਾ ਬਹੁਤ ਸਵਾਗਤ ਹੈ। ਕਿਹੜੇ ਸ਼ਬਦ ਦੀ ਤਿਆਰੀ ਕੀਤੀ ਹੈ ਤੁਸੀਂ? ਹਾਂਜੀ, ਮੈਂ ਪੰਜਵੀਂ ਪਾਤਸ਼ਾਹੀ ਜੀ ਦਾ ਰਾਖ ਪਿਤਾ ਪ੍ਰਭ ਮੇਰੇ। ਕੀ ਬਾਤ ਹੈ, ਬਹੁਤ ਖੂਬ। ਇੱਕ ਵਾਰ ਫਿਰ ਤੋਂ ਪੰਜਵੀਂ ਪਾਤਸ਼ਾਹੀ ਜੀ ਦੇ ਉਚਾਰੇ ਹੋਏ ਸ਼ਬਦ ਦਾ ਆਨੰਦ ਮਾਣਦੇ ਹਾਂ। ਤੁਸੀਂ ਆਪਣਾ ਸਥਾਨ ਗ੍ਰਹਿਣ ਕਰੋ। ਆਲ ਦ ਬੈਸਟ ਟੂ ਯੂ। राख पिता प्रभ मेरे, मोह निर्गुण सब गुण तेरे, मोह निर्गुण सब गुण तेरे। राख पिता प्रभ मेरे, मोह निर्गुण सब गुण तेरे, सब गुण तेरे। राख पिता प्रभ मेरे, राख पिता प्रभ मेरे, मोहि निर्गुण सब गुण तेरे, मोहि निर्गुण सब गुण तेरे, मोहि निर्गुण सब गुण तेरे। पंच बिखाती एक गरीबा, राखो राखण हारे, राखो राखण हारे। खेद कर है और बहुत संतावे, आयो सिरन तुहारे, आयो सिरन तुहारे, आयो सिरन तुहारे, आयो सिरन तुहारे। राख पिता प्रभ मेरे, मोह निर्गुण सब गुण तेरे, निर्गुण सब गुण तेरे। ਪ੍ਰਭਜੋਤ ਕੌਰ, ਤੁਸਾਂ ਤੇ ਕਮਾਲ ਹੀ ਕਰ ਦਿੱਤੀ। ਬਹੁਤ ਕਿਰਪਾ ਹੈ। ਇੱਕ ਗੁਰੂ ਦਾ ਸ਼ਬਦ, ਇੱਕ ਗਲੇ ਵਿੱਚ ਸੁਰਾਂ ਦੀ ਸਾਂਝ, ਤੇ ਬੰਦਸ਼ ਵੀ ਉਸੇ ਤਰ੍ਹਾਂ ਵੀ ਜਿਵੇਂ ਕੋਈ ਬੱਚਾ ਪਿਤਾ ਨੂੰ ਕਹਿੰਦਾ ਹੈ ਵੀ ਮੈਂ ਔਗਣਾਂ ਦਾ ਭਰਿਆ ਹਾਂ, ਤੁਸੀਂ ਰਹਿਮਤਾਂ ਦੇ ਸਾਗਰ ਹੋ। ਤੁਹਾਡੇ ਲਈ ਇੱਕ ਸਵਾਲ ਵੀ ਹੈ। ਬਾਬਾ ਨਾਨਕ ਜੀ ਨੂੰ ਕੌਣ ਕੀਰਤਨ ਸੁਣਾਉਂਦੇ ਸਨ? ਮਰਦਾਨਾ ਜੀ। ਹਾਂਜੀ, ਭਾਈ ਮਰਦਾਨਾ ਜੀ ਤੇ ਭਾਈ ਨਿਰਮਲ ਸਿੰਘ ਜੀ। ਇਹਨਾਂ ਕੋਲੋਂ ਪੁੱਛਾਂਗੇ ਇਹਨਾਂ ਨੂੰ ਕਿਸ ਤਰ੍ਹਾਂ ਲੱਗਾ। ਭਾਈ ਸਾਹਿਬ ਜੀ, ਤੁਸੀਂ ਕਾਫੀ ਬੇਬਾਕ ਹੋ ਕੇ ਬੜੇ ਅਦਬ ਸਤਿਕਾਰ ਨਾਲ ਸ਼ਬਦ ਨੂੰ ਗਾਵੇਂ ਹੈ, ਔਰ ਤੁਹਾਡੇ ਸਵਰ ਤੋਂ ਅਸੀਂ ਡਾਢੇ ਪ੍ਰਭਾਵਿਤ ਹੋਏ ਹਾਂ। ਬਹੁਤ ਹੀ ਅੱਛਾ ਸੀ, ਕੰਪੋਜੀਸ਼ਨ ਵੀ ਅੱਛੀ ਸੀ, ਔਰ ਮੈਂ ਸਮਝਦਾ ਕਿ ਤੁਹਾਨੂੰ ਹੋਰ ਬਹੁਤ ਮਿਹਨਤ ਦੀ ਲੋੜ ਹੈ, ਔਰ ਬੜੇ ਅੱਛੇ ਤੁਸੀਂ ਕੀਰਤਨੀ ਬਣ ਸਕਦੇ ਹੋ। ਤੁਹਾਡੇ ਜੇ ਕੀਰਤਨੀਆਂ ਦੀ ਪੰਥ ਨੂੰ ਲੋੜ ਹੈ। ਨਰੂਲਾ ਜੀ, ਤੁਸੀਂ ਕੀ ਆਖੋਗੇ? बहुत अच्छा गाया है
ਇਹਨੂੰ ਇਹਦੇ ਵਿੱਚ ਅਸੀਂ ਕੋਈ ਗੱਲ ਦੂਸਰੀ ਨਹੀਂ ਕਹਿ ਸਕਦੇ। ਇਸ ਕਰਕੇ ਤੁਸੀਂ ਬਹੁਤ ਅੱਛੇ ਕੀਰਤਨੀਆ ਬਣ ਸਕਦੇ ਹੋ, ਬਸ ਅੱਗੋਂ ਟਰਾਈ ਕਰੋ। ਵਾਹਿਗੁਰੂ ਰੱਖਾ। ਪ੍ਰਭਜੋਤ ਕੌਰ ਜੀ, ਤੁਸੀਂ ਇੰਨਾ ਅੱਛਾ ਗਾਵਿਆ, ਸਾਰਿਆਂ ਨੂੰ ਕੀਲ ਲਿਆ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭਜੋਤ ਕੌਰ ਜੀ ਦੀ ਪਰਫਾਰਮੈਂਸ ਵੇਖ ਕੇ ਲੱਗਦਾ ਹੈ ਕਿ ਉਹਨਾਂ ਨੇ ਜਿੰਨਾ ਵੀ ਰਿਆਜ਼ ਕੀਤਾ, ਜਿੰਨੀ ਵੀ ਮਿਹਨਤ ਕੀਤੀ, ਉਹਨੇ ਇੱਥੇ ਆ ਕੇ ਰੰਗ ਜ਼ਰੂਰ ਲਿਆਇਆ। ਸਾਡੇ ਜੱਜਿਸ ਨੂੰ ਕਾਫੀ ਇੰਪ੍ਰੈਸ ਕੀਤਾ। ਆਪ ਸਭ ਨੂੰ ਅੱਛਾ ਲੱਗਿਆ ਹੋਏਗਾ। ਕੰਨਾਂ ਨੂੰ ਕਿੰਨਾ ਅੱਛਾ, ਕਿੰਨੀ ਮਿੱਠੀ ਬਾਣੀ, ਕਿੰਨਾ ਅੱਛਾ ਗਾਇਨ ਕਰਕੇ ਗਏ ਨੇ ਇੱਥੋਂ। ਤੇ ਇਸੇ ਸਿਲਸਿਲੇ ਨੂੰ ਅੱਗੇ ਤੋੜਦੇ ਹਾਂ, ਬਰਕਰਾਰ ਰੱਖਦੇ ਹੋਏ ਬੁਲਾਉਂਦੇ ਹਾਂ ਸਾਡੀ ਅੱਜ ਦੀ ਤੀਸਰੀ ਕੰਟੈਸਟੈਂਟ ਨੂੰ। ਦੇਖੋ ਜੀ, ਇੱਥੇ ਸਾਰਾ ਹਿੰਦੁਸਤਾਨ ਇਕੱਠਾ ਹੋਇਆ। ਪਹਿਲੇ ਪੰਜਾਬ ਤੋਂ, ਫਿਰ ਛੱਤੀਸਗੜ੍ਹ ਤੋਂ, ਤੇ ਹੁਣ ਹਰਿਆਣੇ ਯਾਨੀ ਕਿ ਪਾਨੀਪਤ ਤੋਂ ਆ ਰਹੀ ਨੇ ਕੁਲਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਕੁਲਦੀਪ ਕੌਰ ਜੀ ਤੁਹਾਡਾ। ਅੱਛਾ, ਹੁਣ ਕਿਹੜੇ ਸ਼ਬਦ ਦੀ ਤਿਆਰੀ ਕੀਤੀ ਹੈ ਤੁਸੀਂ? ਜੀ ਮੈਂ ਗੁਰੂ ਨਾਨਕ ਦੇਵ ਜੀ ਦਾ ਭਾਈ ਰੇ ਰਾਮ ਕਹੋ ਚਿਤ ਲਾਏ ਸ਼ਬਦ ਤਿਆਰ ਕੀਤਾ ਰੀਤ ਵਿੱਚ। ਰੀਤ, ਹਾਂਜੀ। ਚਲੋ ਜੀ, ਆਲ ਦ ਬੈਸਟ ਟੂ ਯੂ। ਥੈਂਕ ਯੂ। जैसे वखरी ले चलो शो दिखे पतिया पाई रे राम कहो चितला पाई रे राम कहो चितला। ਕੁਲਜੀਤ ਕੌਰ ਜੀ ਬਹੁਤ ਅੱਛਾ ਗਾਵਿਆ।
बहुत ਟਿਕਾਉ ਨਾਲ ਗੁਰੂ ਦਾ ਸ਼ਬਦ ਤੁਸੀਂ ਗਾਇਨ ਕੀਤਾ। ਤੁਹਾਡੇ ਲਈ ਸਵਾਲ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਕੌਣ ਕੀਰਤਨੀਏ ਸਨ? ਭਾਈ ਸੱਤਾ ਜੀ ਤੇ ਬਲਵੰਡ ਜੀ। ਹਾਂਜੀ, ਅੱਛਾ, ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਬਹੁਤ ਸਾਰੇ ਭਗਤਾਂ ਦੀ ਬਾਣੀ ਹੈ, ਤੇ ਉੱਥੇ ਕੀਰਤਨੀਆਂ ਦੀ ਵੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਹਾਂਜੀ। ਉਹ ਕਿਹੜੇ ਕੀਰਤਨੀਏ ਨੇ? ਭਾਈ ਸੱਤਾ ਤੇ ਬਲਵੰਡ ਜੀ। ਹਾਂਜੀ, ਭਾਈ ਸੱਤਾ ਤੇ ਬਲਵੰਡ ਜੀ। ਰਾਮਕਲੀ ਦੀ ਵਾਰ ਵਿੱਚ ਉਹਨਾਂ ਇਹ ਵੀ ਤੁਸੀਂ ਗੱਲ ਬਹੁਤ ਅੱਛੀ ਆਖੀ। ਰਾਮਕਲੀ ਕੀ ਵਾਰ ਉਹ ਭਾਈ ਸੱਤਾ ਤੇ ਬਲਵੰਡਾ ਦੀ ਉਹਨਾਂ ਦੀ ਉਚਾਰਨ ਕੀਤੀ ਹੋਈ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਗੁਰੂ ਸਾਹਿਬਾਨਾਂ ਨੂੰ ਨਮਸਕਾਰ ਕਰਦੇ ਹਾਂ, ਉੱਥੇ ਸਾਡਾ ਸਿਰ ਉਹਨਾਂ ਮਹਾਨ ਕੀਰਤਨੀਆਂ ਨੂੰ ਸੱਤੇ ਤੇ ਬਲਵੰਡੇ ਨੂੰ ਵੀ ਝੁਕਦਾ ਹੈ। ਭਾਈ ਨਿਰਮਲ ਸਿੰਘ ਜੀ, ਸੁਰਤਾਲ ਬਾਰੇ ਤੁਸੀਂ ਕੀ ਆਖੋਗੇ? ਬੱਚੀ ਕੀਰਤਨ ਤੇ ਬਹੁਤ ਅੱਛਾ ਕਰਦੀ ਹੈ, ਪਰ ਮੈਂ ਸਮਝਦਾ ਇਸ ਨੂੰ ਬਹੁਤ ਹੋਰ ਮਿਹਨਤ ਦੀ ਲੋੜ ਹੈ। ਨਰੂਲਾ ਜੀ, ਤੁਸੀਂ ਕੀ ਆਖੋਗੇ? मैं भी यही कहना चाहना कि राग विद्या नूं समझण वास्ते बड़ा टाइम चाहिए। तुसी मेहनत नहीं की इन्नी, ठीक है, तुसी गा गए हो, असी इनू अच्छा नहीं कहते, क्योंकि असी सही गल करते हैं जो है तुहाडे अंदर। तुसी मेहनत नहीं की या हुण घबरा गए हो, जो भी होया है। हाँ, तो घबराहट ज़रूर आई है, उस वजह करके आलाप भी बेसुरा और बाकी सारे शब्द भी कितने कितने सुर ज़रा बेसुरी होती है। तो मेहनत करो तो बस फिर आगे आओ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਸਾਡੇ ਇਸ ਪ੍ਰੋਗਰਾਮ ਦੇ ਸੈਮੀਫਾਈਨਲ ਐਪੀਸੋਡ ਦਾ ਤੁਸੀਂ ਆਨੰਦ ਮਾਣਦੇ ਪਏ ਹੋ। ਅੱਜ ਦਾ ਇਹ ਪਹਿਲਾ ਸੈਮੀਫਾਈਨਲ ਐਪੀਸੋਡ ਹੈ, ਜਿਹਦੇ ਵਿੱਚ ਸਾਡੀ ਬੀਬੀਆਂ ਯਾਨੀ ਕਿ ਭੈਣਾਂ ਇੱਥੇ ਆ ਕੇ ਪਰਫਾਰਮ ਕਰਦੀਆਂ ਪਈਆਂ ਨੇ। ਸਾਡੀ 3 ਭੈਣਾਂ ਹਾਲੇ ਤੱਕ ਇੱਥੇ ਆ ਕੇ ਪਰਫਾਰਮ ਕਰ ਚੁੱਕੀਆਂ ਨੇ। ਸਮਾਂ ਹੋ ਗਿਆ ਇੱਕ ਨਿੱਕੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹੋਵਾਂਗੇ, ਆਨੰਦ ਮਾਣਾਂਗੇ ਗੁਰਬਾਣੀ ਕੀਰਤਨ ਦਾ। ਤੁਸੀਂ ਵੇਖਦੇ ਰਹੋ ਚੈਨਲ MH1। ब्रेक तो बाद मैं निमी सिंह एक बार फिर हाजिर हाँ आप सब दे सामने लेके आई हाँ प्रोग्राम पलो पलो रे कीर्तनिया दे सैमीफाइनल एपीसोड्स। जी हाँ, सैमीफाइनल दे पहले एपीसोड दा तुसी आनंद माणदे पए हो। ब्रेक तो पहला तुसी आनंद माणिया साडी 3 भैणां दे विचकार होए मुकाबले दा। मुकाबला हले जारी रहेगा। हले 6 भैणां ने इत्थे आके परफॉर्म करना है। ते इस तो पहला कि इस सिलसिले नूं अगे वधाईए, इस सिलसिले नूं अगे तोरीए, मैं एक बार तुहानूं याद करा दियां, फिर दसना चाहांगी कि यह मुकाबला साडे गुरुआं दी बाणी गुरबाणी दा मुकाबला नहीं है। यह मुकाबला है सुर ताल ते बाणी दी शुद्धता। बाणी दी शुद्धता इन्हां नौजवान कीर्तनियां दे विच किन्नी है, इस गल की इत्थे परख हो रही है, ताकि असी एक बेहतरीन कीर्तनीय की तलाश करके तुहाडे सामने उन्होंने तलाश के तराश के रख सकीए। तो आओ फिर इस सिलसिले नूं अगे तोरदे हां ते बुलाने हां साडी अज दी अगली कंटेस्टेंट जसलीन कौर जी नूं, जो इत्थे आए ने लुधियाने तो। वाहिगुरू जी का खालसा, वाहिगुरू जी की फतेह। किहड़े शब्द की तैयारी की है सैमीफाइनल्स दे लई? जी मैं सारंग राग दे विच रसना राम को जस गाओ। बहुत खूब जी, ऑल द बेस्ट टू यू। थैंक यू। आन स्वाद
कमल चरण कमल बसाए हृदय एक स्यों लिव लाओ साध संगत हो है निर्मल साध संगत हो है निर्मल बहोड़ जोन ना आओ बहोड़ जोन ना आओ रसना राम को जस गाओ 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 रसना राम को जस गाओ। ਜਸਲੀਨ ਕੌਰ ਜੀ ਤੁਸੀਂ ਬਹੁਤ ਰਸ ਬੰਨਿਆ, ਬਹੁਤ ਆਨੰਦ ਆਇਆ, ਤੁਹਾਡਾ ਧੰਨਵਾਦ। ਤੁਹਾਡੇ ਲਈ ਸਵਾਲ ਇਹ ਹੈ, ਗੁਰੂ ਘਰ ਦੇ ਕੀਰਤਨੀਏ ਭਾਈ ਸੱਤਾ ਬਲਵੰਡਾ ਜੀ ਕਿਸੇ ਕਾਰਨ ਕੁਝ ਸਮੇਂ ਲਈ ਗੁਰੂ ਸਾਹਿਬ ਤੋਂ ਦੂਰੀ ਪੈ ਗਈ। ਉਹ ਕੌਣ ਪਰਉਪਕਾਰੀ ਸਨ ਜਿਨ੍ਹਾਂ ਨੇ ਦੁਬਾਰਾ ਸਾਂਝ ਪਵਾ ਦਿੱਤੀ ਗੁਰੂ ਨਾਲ? ਭਾਈ ਲੱਦਾ ਜੀ। ਹਾਂਜੀ, ਗੁਰੂ ਅਰਜਨ ਦੇਵ ਜੀ ਦੇ ਸਮੇਂ ਜਦੋਂ ਰਬਾਬ ਦੇ ਨਾਲ ਕੀਰਤਨ ਹੁੰਦਾ ਸੀ ਤੇ ਆਪਣੇ ਇਸ ਹੁਨਰ ਦੇ ਫਨ ਦੇ ਕਰਕੇ ਸੱਤਾ ਜੀ ਤੇ ਬਲਵੰਡ ਜੀ ਥੋੜ੍ਹੇ ਟਾਈਮ ਲਈ ਗੁਰੂ ਅਰਜਨ ਦੇਵ ਜੀ ਤੋਂ ਰੁੱਸ ਗਏ ਸੀ ਜੀ। ਤੇ ਫਿਰ ਭਾਈ ਲੱਦਾ ਜੀ ਨੇ ਉਹਨਾਂ ਦੀ ਸਾਂਝ ਪਵਾਈ ਸੀ ਤੇ ਇਸੇ ਕਾਰਨ ਕਰਕੇ ਸਾਡੇ ਗੁਰੂ ਅਰਜਨ ਦੇਵ ਜੀ ਨੇ ਬਾਕੀ ਲੋਕਾਂ ਨੂੰ ਕੀਰਤਨ ਦੀ ਪਰੰਪਰਾ ਵੱਲ ਜੋੜਿਆ ਤੇ ਜਿਸ ਕਰਕੇ ਰਬਾਬ ਤੋਂ ਫਿਰ ਅਸੀਂ ਕੀਰਤਨ ਵੱਲ ਵੀ ਆਏ। ਠੀਕ ਹੈ, ਤੁਹਾਡਾ ਸਵਾਲ ਬਹੁਤ ਅੱਛਾ ਹੈ। ਕੀ ਆਖੋਗੇ ਤੁਸੀਂ ਭਾਈ ਸਾਹਿਬ ਜੀ? ਤੁਹਾਡੇ ਕੋਲ ਥੋੜਾ ਮੈਂ ਜ਼ਿਆਦਾ ਤਵੱਕੋ ਰੱਖਦਾ ਸੀ, ਫਿਰ ਵੀ ਜਿਹੜੀ ਤੁਸੀਂ ਕੁੱਲ ਮਿਲਾ ਕੇ ਚੀਜ਼ ਗਾਈ ਉਹ ਬਹੁਤ ਹੀ ਵਧੀਆ ਮਿਹਨਤ ਕੀਤੀ ਹੋਈ ਸੀ, ਮੰਜੀ ਹੋਈ ਆਵਾਜ਼ ਹੈ ਤੁਹਾਡੀ, ਔਰ ਤੁਹਾਨੂੰ ਇਹ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ। ਔਰ ਤੁਹਾਡੇ ਅੰਦਰ ਬੜਾ ਕੁਝ ਛੁਪਿਆ ਹੋਇਆ ਹੈ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਮਿਹਨਤ ਕਰੋ। ਨਰੂਲਾ ਜੀ ਤੁਸੀਂ ਕੀ ਆਖੋਗੇ? ਜਸਲੀਨ ਕੌਰ ਜਿੰਨੀ ਤੁਸੀਂ ਮਿਹਨਤ ਕੀਤੀ ਹੈ ਬਹੁਤ ਅੱਛੀ ਹੈ, ਔਰ ਅਗਰ ਮਿਹਨਤ ਕਰੋਗੇ ਇਸ ਤਰ੍ਹਾਂ ਤੇ ਤੁਸੀਂ ਅੱਗੇ ਵੱਧ ਜਾਓਗੇ। ਇਹ ਰਾਗ ਦਾ ਕੰਮ ਹੀ ਹੋਈ ਹੈ, ਗੱਲੇ ਦਾ ਇਹਨੂੰ ਰਿਆਜ਼ ਚਾਹੀਦਾ ਬਸ। ਮੈਂ ਇਹੀ ਕਹਾਂਗਾ ਕਿ ਤੁਸੀਂ ਬਹੁਤ ਅੱਛਾ ਗਾਇਆ ਔਰ ਅੱਗੇ ਤਰੱਕੀ ਕਰੋਗੇ, ਰਿਆਜ਼ ਚਾਹੀਦਾ, ਮਿਹਨਤ ਚਾਹੀਦੀ ਹੈ ਬਸ। ਜਸਲੀਨ ਕੌਰ ਜੀ, ਸ਼ਬਦ ਦਾ ਆਨੰਦ ਤੇ ਅਸੀਂ ਲਿਆ ਹੈ, ਤੁਹਾਡਾ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦਰਸ਼ਕੋ, ਹੁਣ ਵਾਰੀ ਆਂਦੀ ਹੈ ਦਿੱਲੀ ਵਾਲਿਆਂ ਦੀ। ਜੀ ਹਾਂ, ਦਿੱਲੀ ਤੋਂ ਹੀ ਸਾਡੇ ਵਿਚਕਾਰ ਹੁਣ ਇੱਥੇ ਆ ਰਹੇ ਨੇ ਸਾਡੀ ਅੱਜ ਦੀ ਅਗਲੀ ਕੰਟੈਸਟੈਂਟ ਮਨਮੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸੈਮੀਫਾਈਨਲਸ ਦੇ ਵਿੱਚ। ਕਿਹੜਾ ਸ਼ਬਦ ਤੁਸੀਂ ਸੁਣਾਉਣ ਲੱਗੇ ਮੈਂ ਸਾਨੂੰ? ਤੀਜੀ ਪਾਤਸ਼ਾਹੀ ਦਾ ਬਸੰਤ ਰਾਗ ਵਿੱਚ ਮਹਾਰੁਤੀ ਮੈਂ ਸਤ ਬਸੰਤ ਗਾਇਨ ਕਰਨ ਜਾ ਰਹੀ ਹਾਂ। ਬਹੁਤ ਖੂਬ ਜੀ, ਆਲ ਦ ਬੈਸਟ ਟੂ ਯੂ। ਇੱਕ ਵਾਰ ਫਿਰ ਅਸੀਂ ਆਨੰਦ ਮਾਣਾਂਗੇ ਰਾਗ ਵਿੱਚ ਗਾਏ ਸ਼ਬਦ ਦਾ। ਆਲ ਦ ਬੈਸਟ।
ਕੌਰ ਜੀ ਇਹ ਸ਼ਬਦ ਕਿਹਨਾਂ ਦਾ ਉਚਾਰਨ ਕੀਤਾ ਹੋਇਆ ਹੈ? ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦਾ। ਗੁਰੂ ਅਮਰਦਾਸ ਜੀ ਦਾ। ਧੰਨਵਾਦ, ਤੁਸੀਂ ਸਤਿਗੁਰਾਂ ਦਾ ਸ਼ਬਦ ਸੁਣਾਇਆ। ਤੁਹਾਡੇ ਲਈ ਸਵਾਲ ਹੈ, ਉਹ ਕਿਹੜੇ ਕੀਰਤਨੀਏ ਸਨ ਜਿਨ੍ਹਾਂ ਨੇ ਕੀਰਤਨ ਕਰਦਿਆਂ ਕਰਦਿਆਂ ਪ੍ਰਾਣ ਤਿਆਗ ਦਿੱਤੇ ਸਨ? ਗੁਰੂ ਹਰਗੋਬਿੰਦ ਸਾਹਿਬ ਜੀ। ਨਹੀਂ ਜੀ, ਮੈਂ ਦੱਸ ਦੇਵਾਂ, ਭਾਈ ਸੱਤਾ ਤੇ ਬਲਵੰਡ ਜੀ। ਜਿੱਥੇ ਗੁਰੂ ਮਹਾਰਾਜ ਜੀ ਤੱਤੀ ਤਵੀ ਤੇ ਬੈਠੇ ਸਨ, ਗੁਰੂ ਹਰਗੋਬਿੰਦ ਮਹਾਰਾਜ ਜੀ ਉੱਥੇ ਸੇਵਾ ਕਰਾਉਣ ਵਾਸਤੇ ਗਏ ਸਨ ਤੇ ਦੀਵਾਨ ਲੱਗਾ ਹੋਇਆ ਸੀ। ਭਾਈ ਸੱਤਾ ਤੇ ਬਲਵੰਡਾ ਕੀਰਤਨ ਕਰ ਰਹੇ ਸਨ ਤੇ ਕੀਰਤਨ ਕਰਦਿਆਂ ਕਰਦਿਆਂ ਉਹਨਾਂ ਨੇ ਕੀਰਤਨ ਬੰਦ ਕਰ ਦਿੱਤਾ। ਸਤਿਗੁਰਾਂ ਪੁੱਛਿਆ, ਕਿਉਂ ਕੀਰਤਨ ਬੰਦ ਕੀਤਾ ਏ? ਕਹਿਣ ਲੱਗੇ, ਮਹਾਰਾਜ ਸਾਡਾ ਸਮਾਂ ਆ ਗਿਆ ਏ ਤੇ ਬਾਬਾ ਨਾਨਕ ਜੀ ਸਾਨੂੰ ਬਾਹਾਂ ਫੁਲਾਈ ਉਡੀਕ ਰਹੇ ਨੇ, ਹੁਣ ਸਾਡੀ ਸਿਰਾਂ ਦੀ ਸਾਂਝ ਟੁੱਟ ਜਾਣੀ ਹੈ। ਇੱਕ ਸ਼ਬਦ ਉਹਨਾਂ ਹੋਰ ਸੁਣਾਇਆ। ਫਿਰ ਉਹਨਾਂ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਉਹ ਦੁਬਾਰਾ ਉੱਠੇ ਨਹੀਂ। ਭਾਈ ਸੱਤਾ ਤੇ ਬਲਵੰਡਾ ਉਹ ਕੀਰਤਨੀਏ ਸਨ। ਭਾਈ ਨਿਰਮਲ ਸਿੰਘ ਜੀ, ਸੁਰਤਾਲ ਵਾਸਤੇ ਤੁਸੀਂ ਕੀ ਆਖੋਗੇ? मैं समझदा कि तुहानू काफ़ी मेहनत की लोड़ है, लेकिन आवाज़ अच्छी है। फिर भी शब्द जिस तरीके नाल इस राग च गायन करना चाहिए सी, उसने अपना प्रभाव नहीं छड्डिया। मेहनत करो। नरूला जी, तुसी की आखोगे? मैं भी यही कहना, तुहानू बड़ा टाइम चाहिए, मेहनत करनी, मेहनत करोगे तो अगे आ जाओगे। बस। धन्यवाद जी। वाहिगुरु जी का खालसा, वाहिगुरु जी की फतेह। ਰਾਗ ਬਸੰਤ ਵਿੱਚ ਗਾਇਨ ਕੀਤਾ ਇਹ ਸ਼ਬਦ ਜਿਸ ਦਾ ਅਸੀਂ ਸਾਰਿਆਂ ਨੇ ਮਿਲ ਕੇ ਆਨੰਦ ਮਾਣਿਆ। ਤੇ ਆਓ ਫਿਰ ਇਸ ਆਨੰਦਮਈ ਰਸ ਦੇ ਵਿੱਚ ਇੱਕ ਵਾਰ ਫਿਰ ਖੋ ਜਾਂਦੇ ਹਾਂ। ਬੁਲਾਉਂਦੇ ਹਾਂ ਸਾਡੀ ਅੱਜ ਦੀ ਅਗਲੀ ਕੰਟੈਸਟੈਂਟ ਪੁਨੀਤ ਕੌਰ ਜੀ ਨੂੰ। ਜੀ ਹਾਂ, ਜੋ ਇੱਥੇ ਆਏ ਨੇ ਲੁਧਿਆਣੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਸਵਾਗਤ ਹੈ ਪੁਨੀਤ ਕੌਰ ਜੀ। ਤੇ ਕਿਹੜੇ ਸ਼ਬਦ ਦਾ ਗਾਇਨ ਕਰੋਗੇ ਤੁਸੀਂ? ਮੈਂ ਸਤਿਗੁਰੂ ਨੂੰ ਸਭ ਕੁ ਲੋਚਦਾ, ਜੇਤਾ ਜਗਤ ਸਭ ਕੋਏ। ਬਹੁਤ ਖੂਬ ਜੀ, ਆਲ ਦ ਬੈਸਟ ਟੂ ਯੂ। ਥੈਂਕ ਯੂ। सतगुरु नूं सब को लोचदा, जेता जगत सब कोए। सतगुरु नूं सब को लोचदा, जेता जगत सब को। जगत सब कोए। सतगुरु नूं सब को लोचदा, जेता जगत सब कोए। बिन पागा दर्शन ना थिए, बिन पागा दर्शन ना थिए। पागहीन बैरोए। सतगुरु नूं सब को लोचदा, जेता जगत सब कोए। सतगुरु नूं सब को लोचदा, जेता जगत सब कोए। ਬਹੁਤ ਹੀ ਪਿਆਰੇ ਵਚਨ ਤੁਸੀਂ ਸਾਨੂੰ ਸਰਵਣ ਕਰਾਏ। ਸਾਰਾ ਸੰਸਾਰ ਉਹਦੇ ਦਰਸ਼ਨਾਂ ਨੂੰ ਲੋਚਦਾ ਹੈ, ਪਰ ਉਹ ਭਾਗਾਂ ਵਾਲੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਉਹਦੇ ਦੀਦਾਰ ਹੁੰਦੇ ਨੇ। ਤੁਹਾਡੇ ਲਈ ਜਿਹੜਾ ਸਵਾਲ ਹੈ ਉਹ ਇਹ ਹੈ, ਉਹ ਕਿਹੜੀ ਵਾਰ ਹੈ ਜਿਸ ਦਾ ਕੀਰਤਨ ਰੋਜ਼ ਗੁਰੂ ਘਰਾਂ ਵਿੱਚ ਹੁੰਦਾ ਹੈ ਤੇ ਕਿਹੜੇ ਰਾਗ ਵਿੱਚ ਹੁੰਦਾ ਹੈ? ਸਰ, ਆਸਾ ਦੀ ਵਾਰ ਆਸਾ ਰਾਗ ਵਿੱਚ ਕੀਰਤਨ ਕੀਤਾ ਜਾਂਦਾ ਹੈ। ਹਾਂ, ਠੀਕ ਹੈ ਤੁਹਾਡਾ ਸਵਾਲ। ਭਾਈ ਨਿਰਮਲ ਸਿੰਘ ਜੀ, ਸੁਰਤਾਲ ਬਾਰੇ ਤੁਸੀਂ ਕੀ ਆਖੋਗੇ? रीत की शुरुआत शब्द की बड़ी अच्छी सी और
ਮਨ ਨੂੰ ਸਕੂਨ ਦੇਣ ਵਾਲੀ ਸੀ, ਪਰ ਜਦੋਂ ਤੁਸੀਂ ਅੰਤਰਾ ਸ਼ੁਰੂ ਕੀਤਾ ਇੰਝ ਲੱਗਾ ਕਿ ਜਿਵੇਂ ਅਸਥਾਈ ਤੇ ਅੰਤਰੇ ਦਾ ਕੋਈ ਸੁਮੇਲ ਨਾ ਹੋਵੇ। ਉਹ ਅਸਥਾਈ ਦਾ ਰਾਗ ਕੁਝ ਹੋਰ ਸੀ, ਅੰਤਰੇ ਦਾ ਹੋਰ ਸੀ। ਆਉਣ ਸਮੇਂ ਉਹ ਅਸਥਾਈ ਨਾਲ ਮੇਲ ਨਹੀਂ ਸੀ ਖਾਂਦਾ। ਇਹ ਕਾਫੀ ਧਿਆਨ ਰੱਖਣ ਦੀ ਲੋੜ ਹੈ। ਤੇ ਆਵਾਜ਼ ਤੁਹਾਡੀ ਅੱਛੀ ਹੈ, ਲਚਕੀਲੀ ਹੈ, ਲੇਕਿਨ ਸੁਰ ਵੱਲ ਧਿਆਨ ਦੇਣ ਦੀ ਕਾਫੀ ਲੋੜ ਹੈ। ਸ਼ਾਬਾਸ਼। ਨਰੂਲਾ ਜੀ, यही कहांगा मैं, तुसी अपना मेहनत करो, मेहनत नाल ही सब कुछ बनेगा। रियाज चाहिए, बहुत बहुत रियाज चाहिए ਤੁਹਾਨੂੰ। ਆਵਾਜ਼ ਤੁਹਾਡੀ ਅੱਛੀ ਹੈ, ਰਸ ਹੈ, ਜਿਵੇਂ ਇਹਨਾਂ ਨੇ ਦੱਸਿਆ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਕੀਰਤਨ ਰਸ ਜਿੰਨਾ ਮਿੱਠਾ ਹੈ, ਜਿੰਨਾ ਆਨੰਦਮਈ ਹੈ, ਇਸ ਤੋਂ ਵੱਡਾ ਕੋਈ ਰਸ ਇਸ ਦੁਨੀਆ ਦੇ ਵਿੱਚ ਹੋ ਹੀ ਨਹੀਂ ਸਕਦਾ। ਮੈਂ ਜਾਣਦੀ ਹਾਂ ਸਾਡੇ ਸਾਰਿਆਂ ਨੂੰ ਇਸ ਆਨੰਦ ਦੇ ਵਿੱਚ ਖੋ ਜਾਣ ਦਾ ਦਿਲ ਕਰ ਰਿਹਾ, ਲੇਕਿਨ ਕੀ ਕਰੀ, ਸਿਲਸਿਲੇ ਨੂੰ ਥੋੜਾ ਜਿਹਾ ਬ੍ਰੇਕ ਦੇਣਾ ਪਵੇਗਾ। ਸਮਾਂ ਹੋ ਗਿਆ ਇੱਕ ਨਿੱਕੇ ਜਿਹੇ ਬ੍ਰੇਕ ਦਾ। ਛੇਤੀ ਹਾਜ਼ਰ ਹੁੰਦੇ ਹਾਂ ਸਾਡੀ ਬਾਕੀ ਦੀ 3 ਕੰਟੈਸਟੈਂਟਸ ਦੇ ਨਾਲ। ਤੁਸੀਂ ਵੇਖਦੇ ਰਹੋ ਚੈਨਲ MH1। ब्रेक तो बाद मैं निमी सिंह एक बार फिर हाजिर हाँ आप सब दे सामने लेके आई हाँ तुहाडे सारिਆਂ ਦਾ मनपसंद प्रोग्राम पलो पलो रे कीर्तनिया। इस प्रोग्राम ਦੇ ਵਿੱਚ ਅਸੀਂ ਤਲਾਸ਼ਦੇ ਪਏ ਹਾਂ ਬਿਹਤਰੀਨ ਨੌਜਵਾਨ ਕੀਰਤਨੀਏ ਨੂੰ, ਤੇ ਇਹ ਤਲਾਸ਼ ਆ ਪਹੁੰਚੀ ਹੈ ਸੈਮੀਫਾਈਨਲ ਐਪੀਸੋਡਸ ਦੇ ਵਿਚਕਾਰ। ਜੀ ਹਾਂ, ਪਹਿਲੇ ਸੈਮੀਫਾਈਨਲ ਐਪੀਸੋਡ ਦਾ ਤੁਸੀਂ ਆਨੰਦ ਮਾਣਦੇ ਪਏ ਹੋ। ਮੁਕਾਬਲਾ ਹੋ ਰਿਹਾ ਸਾਡੀਆਂ ਭੈਣਾਂ ਦੇ ਵਿਚਕਾਰ। ਅੱਜ ਇੱਥੇ ਟੋਟਲ 9 ਕੰਟੈਸਟੈਂਟਸ ਨੇ ਆ ਕੇ ਪਰਫਾਰਮ ਕਰਨਾ ਹੈ, ਜਿਨ੍ਹਾਂ ਵਿੱਚੋਂ 6 ਬ੍ਰੇਕ ਤੋਂ ਪਹਿਲਾਂ ਪਰਫਾਰਮ ਕਰਕੇ ਇੱਥੇ ਜਾ ਚੁੱਕੀਆਂ ਨੇ, ਤੇ ਹੁਣ ਵਾਰੀ ਆਉਂਦੀ ਹੈ ਬਾਕੀ ਦੀ 3 ਦੀਆਂ। ਤੇ ਆਓ ਫਿਰ ਹੁਣ ਮੈਂ ਬੁਲਾਉਣਾ ਚਾਹਾਂਗੀ ਸਾਡੀ ਅੱਜ ਦੀ ਅਗਲੀ ਕੰਟੈਸਟੈਂਟ ਨੂੰ, ਜੋ ਕਿ ਹੈ ਦਿੱਲੀ ਤੋਂ ਹਰਮਨ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਨ ਜੀ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕਿਹੜਾ ਸ਼ਬਦ ਸੁਣਾਓਗੇ ਤੁਸੀਂ? ਮਹਾ ਮਹ ਮੁਮਾਰਖੀ ਚੜਿਆ ਸਦਾ ਬਸੰਤ। ਵੈਰੀ ਗੁੱਡ, ਆਲ ਦ ਬੈਸਟ ਟੂ ਯੂ।
सदा बसंत फड़फड़ चित समाल सोए सदा सदा गोविंद महा 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 मार की बोलिया हो मैं सुत विसार हो मैं मार विचार मन गुण विच गुण ले सार महा महा मार की 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 मुमार की मुमार की। ਹਰਮਨ ਕੌਰ ਜੀ ਤੁਸੀਂ ਬਹੁਤ ਅੱਛਾ ਗਾਉਂਦੇ ਹੋ। ਉਮਰ ਦੇ ਹਿਸਾਬ ਨਾਲ ਕਹਿ ਲਈਏ ਬਹੁਤ ਅੱਛਾ ਹੈ। ਸਤਿਗੁਰਾਂ ਦੀ ਬਹੁਤ ਕਿਰਪਾ ਹੈ। ਜੇ ਤੁਸੀਂ ਮੈਨੂੰ ਇੰਜ ਲੱਗਦਾ ਵੀ ਰੀਤ ਪੜ੍ਹਦੇ ਤਾਂ ਸ਼ਾਇਦ ਇਦੋਂ ਵੀ ਅੱਛੀ ਪੜ੍ਹ ਲੈਂਦੇ। ਸ਼ੁਰੂ ਵਿੱਚ ਆਕਾਰ ਬਣਾਇਆ, ਕੁਝ ਸੁਰਾਂ ਦਾ ਫਰਕ ਰਹਿ ਗਿਆ, ਉਹ ਤੇ ਭਾਈ ਨਿਰਮਲ ਸਿੰਘ ਹੋਣਾ ਦਾ ਵਿਸ਼ਾ ਇਹ ਜ਼ਰੂਰ ਦੱਸਣਗੇ। ਤੁਹਾਡੇ ਲਈ ਸੌਖਾ ਜਿਹਾ ਸਵਾਲ ਹੈ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਕਿਸ ਨੇ ਰੱਖੀ? साई मियाँ मीर जी ने। ਹਾਂਜੀ ਠੀਕ ਹੈ, ਬਿਲਕੁਲ। ਭਾਈ ਸਾਹਿਬ ਜੀ ਤੁਸੀਂ ਕੀ ਆਖੋਗੇ? ਬੇਟੇ ਸ਼ੁਰੂਆਤ 'ਚ ਜਿਹੜਾ ਤੁਸੀਂ ਅਸਥਾਈ ਕੀ ਜਰਾ ਹਾਰਮੋਨੀਅਮ ਤੋਂ ਬਗੈਰ ਕਹਿਣਾ ਕਿਵੇਂ ਕਿਵੇਂ ਕਿਹਾ? ਮਹਾ ਮਹਾ महा माह मुमार की ਮਹਾ ਮਹਾ महा माह मुमार की। ਅੱਛਾ ਠੀਕ ਹੈ, ਲੇਕਿਨ ਤੁਸੀਂ ਕਾਫੀ ਇਹਨੂੰ ਸ਼ਬਦ ਨੂੰ ਰੱਟਾ ਲਾਇਆ ਸੀ। ਮੈਨੂੰ ਪਤਾ ਜਿਹੜਾ ਇਸ ਤਰੀਕੇ ਨਾਲ ਸ਼ਬਦ ਗਾਇਨ ਕੀਤਾ ਜਾਂਦਾ ਹੈ, ਉਪਰਾਲਾ ਅੱਛਾ ਹੈ। ਔਰ ਜਿਹੜੀ ਚਾਲ ਸੀ ਸ਼ਬਦ ਦੀ, ਉਹ ਦਾਦਰੇ ਦੀ ਤਾਲ ਸੀ, ਚਾਲ ਸੀਗੀ, ਉਹ ਇੱਕ ਤਾਲੇ ਦੀ ਬਣਦੀ ਨਹੀਂ ਸੀ। ਥੋੜ੍ਹਾ ਜਿਹਾ ਧਿਆਨ ਰੱਖਣ ਦੀ ਲੋੜ ਹੈ, ਜਿੰਨਾ ਵੀ ਤੁਹਾਨੂੰ ਸਿਖਾਇਆ ਹੈਗਾ। ਸੋ ਇਹ ਬੜੇ ਧਿਆਨ ਰੱਖਣ ਦੀ ਲੋੜ, ਸਵਰ ਦੇ ਵੀ ਪਕੜ ਦੀ ਲੋੜ ਹੈ। तेरी उम्र छोटी है, तू बहुत सुंदर कीर्तन कर सकती है। शाबाश मेरी बेटी। कोशिश करो, पहले सीखो, सीख के फिर बाद इस तरह के कंपटीशन जाओ। बस ये ख्याल रखो ना अगों से। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਕੀ ਜੀ ਉਮਰ ਤੇ ਇੰਨੀ ਪਿਆਰੀ ਭਾਵਨਾ, ਐਸੀ ਭਾਵਨਾ ਦੇ ਨਾਲ ਸਾਡੇ ਇਹ ਨੌਜਵਾਨ ਕੀਰਤਨੀ ਇੱਥੇ ਆ ਕੇ ਕੀਰਤਨ ਕਰਦੇ ਪਏ ਨੇ ਕਿ ਸਾਡੇ ਸਾਰਿਆਂ ਦਾ ਮਨ ਮੋਹਦੇ ਪਏ ਨੇ। ਤੇ ਇਹ ਭਾਵਨਾ ਕਿੱਥੇ ਸੀ, ਕਿੱਥੇ ਲੁਕੀ ਪਈ ਸੀ, ਇਹ ਸਾਨੂੰ ਇਸ ਪ੍ਰੋਗਰਾਮ ਦੇ ਰਾਹੀਂ ਤੇ ਪਤਾ ਚੱਲਦੀ ਪਈ ਹੈ। ਜੀ ਹਾਂ, ਪੰਜਾਬੀ ਟੈਲੀਵਿਜ਼ਨ ਇਤਿਹਾਸ ਦਾ ਹੈ ਪਹਿਲਾ ਐਸਾ ਪ੍ਰੋਗਰਾਮ ਹੈ ਜਿਹਦੇ ਵਿੱਚ ਨੌਜਵਾਨ ਕੀਰਤਨੀਆਂ ਨੂੰ ਇੱਥੇ ਆ ਕੇ ਪਰਫਾਰਮ ਕਰਨ ਦਾ ਮੌਕਾ ਮਿਲਦਾ ਪਿਆ ਹੈ। ਤੇ ਇਸ ਤਲਾਸ਼ ਨੂੰ ਜਾਰੀ ਰੱਖਦੇ ਹਾਂ, ਬੁਲਾਉਂਦੇ ਹਾਂ ਸਾਡੀ ਅੱਜ ਦੀ ਅਗਲੀ ਕੰਟੈਸਟੈਂਟ ਪਰਮਪ੍ਰੀਤ ਕੌਰ ਜੀ ਨੂੰ, ਜੋ ਕਿ ਨੇ ਦਿੱਲੀ ਤੋਂ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਪ੍ਰੀਤ ਕੌਰ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ। ਥੈਂਕ ਯੂ। ਕਿਹੜੇ ਸ਼ਬਦ ਦੀ ਤਿਆਰੀ ਕੀਤੀ ਹੈ? ਮੈਂ ਭਗਤ ਕਬੀਰ ਜੀ ਦਾ ਦੇਵ ਕਰੋ ਦਇਆ ਮੋਹਿ ਮਾਰਗ ਲਾਵੋ। ਬਹੁਤ ਖੂਬ, ਆਲ ਦ ਬੈਸਟ ਟੂ ਯੂ। ਥੈਂਕ ਯੂ। देव करो दया, करो दया मोहि मारग लावो, मोहि मारग लावो। देव करो दया, करो दया मोहि मारग लावो, मोहि मारग लावो।
ਪਰਮਪ੍ਰੀਤ ਕੌਰ ਜੀ, ਬਹੁਤ ਆਨੰਦ ਬੰਨਿਆ। ਕੁਝ ਐਸੀਆਂ ਸੁਰਾਂ ਵੀ ਲਾਈਆਂ ਜਿਹੜੀਆਂ ਮਨ ਨੂੰ ਮੋਹਦੀਆਂ ਸਨ। ਤੁਹਾਡਾ ਧੰਨਵਾਦ ਹੈ। ਸਵਾਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਤੇ ਆਪਾਂ ਕਰਨਾ ਹੈ। ਕੁਝ ਐਸੀ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ, ਉਹ ਕਿਹੜੀਆਂ ਬਾਣੀਆਂ ਨੇ ਜਿਨ੍ਹਾਂ ਦਾ ਆਪਾਂ ਕੀਰਤਨ ਕਰ ਸਕਦੇ ਹਾਂ? ਭਾਈ ਗੁਰਦਾਸ ਜੀ ਦੀ ਵਾਰਾਂ, ਹਾਂਜੀ, ਭਾਈ ਨਾਮਦੇਵ ਜੀ ਦੀ, ਭਗਤ ਨਾਮਦੇਵ ਜੀ ਦੀ, ਤੇ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੀ। ਹਾਂ ਠੀਕ ਹੈ, ਕੁਝ ਤੁਸੀਂ ਠੀਕ ਦੱਸਿਆ। ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦ ਲਾਲ ਜੀ, ਭਾਈ ਨੰਦ ਲਾਲ ਜੀ ਦੀ ਬਾਣੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ। ਬੇਸ਼ੱਕ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ, ਸਾਨੂੰ ਹੁਕਮ ਹੈ, ਉਹ ਪ੍ਰਮਾਣਿਤ ਬਾਣੀਆਂ ਨੇ, ਅਸੀਂ ਉਹਦਾ ਵੀ ਕੀਰਤਨ ਕਰ ਸਕਦੇ ਹਾਂ। ਭਾਈ ਨਿਰਮਲ ਸਿੰਘ ਜੀ, ਤੁਸੀਂ ਵੀ ਕੁਝ ਆਪਣੇ ਵਿਚਾਰ ਦੱਸੋ। ਤੁਸੀਂ ਬਹੁਤ ਅੱਛੇ ਤਰੀਕੇ ਨਾਲ ਕੀਰਤਨ ਕਰ ਸਕਦੇ ਹੋ ਤੇ ਕਰ ਵੀ ਰਹੇ ਹੋ, ਔਰ ਮੈਨੂੰ ਕੁੱਲ ਮਿਲਾ ਕੇ ਤੁਹਾਡੇ ਕੀਰਤਨ ਨੇ, ਤੁਹਾਡੀ ਆਵਾਜ਼ ਨੇ, ਇਸ ਰੀਤ ਨੇ ਚੰਗਾ ਪ੍ਰਭਾਵ ਛੱਡਿਆ। ਜੀਓ ਸੁਖੀ ਵਸੋ। ਨਰੂਲਾ ਜੀ? आवाज़ बहुत अच्छी है, तैयारी नहीं है इन्नी जिन्नी असी समझ देंगे होनी चाहिए। तुसी अगर थोड़ी और तैयारी कर लो तो कोई और कमी नहीं है। आवाज़ सुर च गाया है, जो भी गाया है बहुत अच्छी लगाई आवाज़। तो मैं ही कहूँगा बस तुसी मेहनत करो, अगे आ सकते हो। धन्यवाद जी। वाहिगुरु जी का खालसा, वाहिगुरु जी की फतेह। एक होर बेहतरीन परफॉर्मेंस। इस परफॉर्मेंस तो बाद हुण समा आ गया कि साडे सैमी फाइनल एपीसोड दी आखिरी परफॉर्मेंस यानी कि आखिरी पेशकश दा आनंद माणीए। आखिरी पेशकश लैके इत्थे आ रहे ने इस प्रोग्राम नू अंजाम देण दे लई रशमीत कौर जी, जो कि ने फिर एक बार दिल्ली तो ही। वाहिगुरु जी का खालसा, वाहिगुरु जी की फतेह। रशमीत कौर जी, एक बार फिर तो स्वागत है सैमी फाइनल एपीसोड दे विच। ते किहड़े शब्द दी तैयारी है? मैं पातशाही पंजवीं धन श्री गुरु अर्जन देव जी दे उचारे हुए शब्द साजनड़ा मेरा साजनड़ा सारंग सोरठ राग विच गान जा रही हैं। बहुत खूब जी, ऑल द बेस्ट टू यू। साजन तेरे चरण की सत दूर साजन तेरे चरण की होए रहा सत दूर। नानक शरण हजूर पेखो सदा हजूर। साजनड़ा मेरा साजनड़ा साजनड़ा मेरा साजनड़ा निक
ਰਸ਼ਮੀਤ ਕੌਰ ਜੀ, ਬਹੁਤ ਅੱਛੇ, ਭਾਵਨਾ ਤੁਹਾਡੀ ਬਹੁਤ ਚੰਗੀ ਹੈ। ਤੁਸੀਂ ਬੜਾ ਹੀ ਰੰਗ ਬੰਨਿਆ, ਕਿਉਂ ਸ਼ਬਦ ਵਿੱਚ ਸਦਾ ਹੀ ਰਸ ਹੈ। ਸ਼ੁਰੂਆਤ ਕੁਝ ਚੰਗੀ ਨਹੀਂ ਰਹੀ। ਸਵਾਲ ਤੁਹਾਡੇ ਲਈ ਇਹ ਹੈ, ਸ੍ਰੀ ਹਰਿਮੰਦਰ ਸਾਹਿਬ ਜੀ ਦੇ 4 ਦਰਵਾਜ਼ੇ ਨੇ, ਹਾਂਜੀ, ਉਹਨਾਂ ਦਾ ਕੀ ਉਦੇਸ਼ ਹੈ? ਇਹਨਾਂ ਦਾ ਉਪਦੇਸ਼ ਹੈ ਕਿ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਹੈ ਇਹਦਾ, ਕਿ ਚਾਰੋਂ ਧਰਮ ਜੋ ਹੈ ਉਹਨਾਂ ਨੂੰ ਵਰਨ ਕੀਤਾ ਜਾਂਦਾ ਹੈ। ਠੀਕ ਹੈ, ਬਹੁਤ ਅੱਛੇ। ਆਪਣੇ ਆਪ 'ਚ ਇੱਕ ਸੰਦੇਸ਼ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾਂ ਕੋ ਸਾਂਝਾ। ਇੱਥੇ ਹਿੰਦੂ ਆਵੇ, ਮੁਸਲਮਾਨ ਆਵੇ, ਸਿੱਖ ਆਵੇ, ਸਭ ਨੂੰ ਜੀਓ ਆਇਆ ਹੈ। ਗੁਰੂ ਰਾਮਦਾਸ ਜੀ ਦੇ ਘਰ ਸਭਨਾਂ ਦਾ ਸਤਿਕਾਰ ਹੈ। ਭਾਈ ਨਿਰਮਲ ਸਿੰਘ ਜੀ, ਤੁਸੀਂ ਕੀ ਆਖੋਗੇ? बेटी की आवाज़ बड़ी अच्छी है और भावना भी बड़ी अच्छी है। बड़ा लगाव नाल मन करके उन्हें शब्द अंदरों गायन किया है। पर मैनूं इंज लगता कि थोड़ा घबरा गए सी तुसी। शुरुआती अस्थाई का जिहड़ा वेड़ा सी, उस तो पहला जिहड़ा अलंकार सी, वो इस राग नाल मेल नहीं सिखांदा और ही थोड़ी उखड़ी हुई सी। तुहानूं भी शायद पता है कि इस तरीके नाल हो जाता है। पर मैं दुआ करदा हां कि तुसी मेहनत करते जाओ तो फल तो इसनूं पैना ही पैना है। शाबाश। नरूला जी, तुसी भी 2 वचन बोलो। जिन्ना सीखोगे, मेहनत करोगे, उन्ना आगे आओगे जरूर। आवाज़ अच्छी है, बस। धन्यवाद जी। वाहिगुरु जी का खालसा, वाहिगुरु जी की फतेह। पंजवीं पातशाही ਦਾ ਉਚਾਰਿਆ ਹੋਇਆ ਰਾਗ ਸੋਰਠ ਦੇ ਵਿੱਚ ਗਾਇਨ ਕੀਤਾ ਰਸ਼ਮੀਤ ਕੌਰ ਜੀ ਨੇ ਇਹ ਸ਼ਬਦ, ਜਿਸ ਦਾ ਅਸੀਂ ਆਨੰਦ ਮਾਣਿਆ। ਇਹਨਾਂ ਦੇ ਇਸੇ ਸ਼ਬਦ ਦੇ ਨਾਲ ਸਾਡਾ ਅੱਜ ਦਾ ਇਹ ਸੈਮੀਫਾਈਨਲ ਯਾਨੀ ਕਿ ਪਲੋ ਪਲੋ ਰੇ ਕੀਰਤਨੀਆ ਦਾ ਪਹਿਲਾ ਸੈਮੀਫਾਈਨਲ ਐਪੀਸੋਡ ਪੂਰਾ ਹੁੰਦਾ ਹੈ। ਇਸ ਐਪੀਸੋਡ ਦਾ ਕੀ ਰਿਜ਼ਲਟ ਰਹੇਗਾ, ਇਹਨਾਂ ਵਿੱਚੋਂ ਕਿਹੜੀ ਇੱਕ ਕੰਟੈਸਟੈਂਟ ਹੋਏਗੀ ਮੁਕਾਬਲੇ ਤੋਂ ਬਾਹਰ, ਇਹ ਫੈਸਲਾ ਕਰਨਾ ਸਾਡੇ ਮਾਨਯੋਗ ਜੱਜਸ ਨੇ। ਇਹਨਾਂ ਦੀ ਪਰਫਾਰਮੈਂਸ ਨੂੰ ਬੜੀ ਬਾਰੀਕੀ ਦੇ ਨਾਲ ਸੁਣਿਆ ਗਿਆ। ਇਹਨਾਂ ਦੇ ਕੋਲੋਂ ਸਵਾਲ ਪੁੱਛੇ ਗਏ। ਸਾਡੇ ਜੱਜਸ ਨੇ ਗੁਰਮਤ ਸੰਗੀਤ ਦੇ ਨਾਲ ਜੁੜੇ, ਗੁਰਬਾਣੀ ਦੇ ਨਾਲ ਜੁੜੇ तमाम ਸਵਾਲ ਪੁੱਛੇ। ਇਹਨਾਂ ਦੀ ਜਾਣਕਾਰੀ ਜਾਣੀ, ਕਿੰਨੀ ਇਹਨਾਂ ਨੂੰ ਨੌਲੇਜ ਹੈਗੀ ਹੈ ਗੁਰਮਤ ਸੰਗੀਤ ਦੇ ਬਾਰੇ, ਇਹ ਸਭ ਪੁੱਛਿਆ। ਔਰ ਆਈ ਥਿੰਕ ਜੋ ਜਿਸ ਤਰ੍ਹਾਂ ਨਾਲ ਵੀ ਪਰਖ ਹੋਣੀ ਚਾਹੀਦੀ ਹੈ ਉਹ ਪਰਖ ਕਰ ਲਿੱਤੀ ਹੈ। ਲੇਕਿਨ ਰਿਜ਼ਲਟ ਤੁਹਾਨੂੰ ਪਤਾ ਚੱਲੇਗਾ ਰਿਜ਼ਲਟ ਐਪੀਸੋਡ ਦੇ ਵਿੱਚ। ਰਿਜ਼ਲਟ ਐਪੀਸੋਡ ਤੋਂ ਪਹਿਲਾਂ ਹਲੇ ਇੱਕ ਹੋਰ ਬੜਾ ਸਖਤ ਮੁਕਾਬਲਾ ਹੋਣਾ ਹੈ ਸਾਡੇ ਸਿੰਘ ਵੀਰਾਂ ਦੇ ਵਿਚਕਾਰ। ਉਹ ਹੋਏਗਾ ਅਗਲਾ ਐਪੀਸੋਡ। ਜੀ ਹਾਂ, ਅਗਲਾ ਐਪੀਸੋਡ ਯਾਨੀ ਕਿ ਪਲੋ ਪਲੋ ਰੇ ਕੀਰਤਨੀਆ ਦਾ ਸੈਮੀਫਾਈਨਲ ਐਪੀਸੋਡ ਹੋਏਗਾ ਬੜਾ ਜ਼ਬਰਦਸਤ। ਤੁਸੀਂ ਵੇਖਣਾ ਨਾ ਭੁੱਲਣਾ। ਮੁਲਾਕਾਤ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ। ਉਦੋਂ ਤੱਕ ਲਈ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਚਾਹੁੰਦੇ ਹਾਂ। ਇਜਾਜ਼ਤ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗੀ ਸਾਡੇ ਮਾਨਯੋਗ ਜੱਜਸ ਦਾ ਜੋ ਇੱਥੇ ਸਾਡੇ ਨਾਲ ਨੇ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ ਦਾ, ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ, ਅਤੇ ਉਹਨਾਂ ਦੇ ਨਾਲ ਬੈਠੇ ਨੇ KS ਨਰੂਲਾ ਜੀ, ਅਤੇ ਨਾਲੇ ਸਾਡੇ ਸਾਰੇ ਵੀਰ ਅਤੇ ਸਾਡੀ ਭੈਣਾਂ ਜੋ ਸਾਡੇ ਸਾਜ਼ਿੰਦੇ ਸਾਡੇ ਨਾਲ ਬੈਠੇ ਨੇ, ਉਹਨਾਂ ਦਾ ਵੀ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਦੀ ਹਾਂ। ਤੁਹਾਡਾ ਵੀ ਸ਼ੁਕਰੀਆ ਅਦਾ ਕਰਦੀ ਹਾਂ। ਮੁਲਾਕਾਤ ਕਰਦੇ ਹਾਂ ਅਗਲੇ ਐਪੀਸੋਡ ਦੇ ਵਿੱਚ। ਤਦ ਤੱਕ ਲਈ ਨਿਮੀ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।